गुड मॉर्निंग स्टूडेंट्स। ਅੱਜ ਦਾ ਜੋ ਟੌਪਿਕ ਆਪਾਂ ਕਰਨ ਲੱਗੇ ਆ ਆਪਣੇ ਟੌਪਿਕ ਦਾ ਨਾਮ ਹੈ ਐਰਰ ਆਫ ਮੇਜਰਮੈਂਟ। ਦੇਖੋ ਲਾਸਟ ਟਾਈਮ ਆਪਾਂ ਇੱਕ ਟੌਪਿਕ ਪੜ੍ਹਿਆ ਸੀ ਫਿਜ਼ੀਕਲ ਕੁਆਂਟੀਟੀ, ਹੈ ਨਾ। ਉਹ ਚੀਜ਼ ਜਿਹੜੀ ਆਪਾਂ ਨੂੰ ਦਿਖਦੀ ਵੀ ਹੋਵੇ ਅਤੇ ਜਿਹਨੂੰ ਆਪਾਂ ਮੇਅਰ ਕਰ ਸਕੀਏ ਉਹਨੂੰ ਆਪਾਂ ਕੀ ਬੋਲਦੇ ਹਾਂ, ਫਿਜ਼ੀਕਲ ਕੁਆਂਟੀਟੀ। ਨੈਕਸਟ ਟੌਪਿਕ ਉਸ ਨਾਲ ਰਿਲੇਟਡ ਹੈ ਐਰਰ। ਮੇਨ ਟੌਪਿਕ ਕੀ ਆਪਣਾ ਐਰਰ ਦਾ ਮਤਲਬ ਕੀ ਹੁੰਦਾ, ਮਿਸਟੇਕ, ਗਲਤੀ। ਠੀਕ ਹੈ ਜੀ। ਹੁਣ ਕਈ ਵਾਰ ਆਪਾਂ ਜਦੋਂ ਕੋਈ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਮੇਅਰ ਕਰ ਰਹੇ ਹੁੰਦੇ ਆ ਤਾਂ ਕਈ ਵਾਰ ਆਪਾਂ ਉਹਦੀ ਐਗਜ਼ੈਕਟ ਵੈਲਿਊ ਨਹੀਂ ਮੇਅਰ ਕਰ ਸਕਦੇ। ਫੋਰ ਐਗਜ਼ਾਮਪਲ ਕਿਵੇਂ ਆਪਾਂ ਟੈਂਪਰੇਚਰ ਦੀ ਗੱਲ ਕਰੀਏ, ਰੂਮ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਨਾ। ਟੈਂਪਰੇਚਰ ਇੱਕ ਫਿਜ਼ੀਕਲ ਕੁਆਂਟੀਟੀ ਹੈ। ਮੰਨ ਲਓ ਰੂਮ ਟੈਂਪਰੇਚਰ ਆਪਾਂ ਮੰਨ ਲਓ 35 ਡਿਗਰੀ ਆ, ਆਪਾਂ ਨੂੰ ਪਤਾ ਹੈ ਸਟੈਂਡਰਡ ਵੈਲਿਊ ਹੈ, ਠੀਕ ਹੈ ਜੀ, ਆਪਾਂ ਨੂੰ ਪਤਾ ਹੈ। ਬਟ ਜਦੋਂ ਤੁਹਾਨੂੰ ਥਰਮਾਮੀਟਰ ਦੀ ਹੈਲਪ ਨਾਲ ਮੇਅਰ ਕਰਨ ਨੂੰ ਕਹਿ ਦੇਣ, ਤੁਸੀਂ ਮੇਅਰ ਕਰੀ ਜਿਵੇਂ 33 ਡਿਗਰੀ ਸੈਲਸੀਅਸ, ਇਹਦਾ ਕੀ ਮਤਲਬ ਹੈ? ਇਹ ਤੁਹਾਡੀ ਹੋ ਗਈ ਐਕਚੁਅਲ ਵੈਲਿਊ, ਇਹ ਤੁਹਾਡੀ ਹੋ ਗਈ ਮੇਜਰਡ ਵੈਲਿਊ। ਕੀ ਤੁਹਾਡੇ ਰਿਜ਼ਲਟ ਸੇਮ ਹੈ ਦੋਨਾਂ ਦਾ? ਨਹੀਂ, ਹੈ ਨਾ। ਦੈਟ ਮੀਨ ਤੁਹਾਡੀ ਮੇਅਰਿੰਗ ਕਰਨ ਦੇ ਵਿੱਚ ਕੁਛ ਨਾ ਕੁਛ ਮਿਸਟੇਕ ਰਹਿ ਗਈ ਤੁਹਾਡੇ ਤੋਂ। ਉਹ ਮਿਸਟੇਕ ਦੇ ਰੀਜ਼ਨ ਬਹੁਤ ਸਾਰੇ ਹੋ ਸਕਦੇ ਨੇ, ਹੈ ਨਾ, ਬਟ ਕੁਛ ਨਾ ਕੁਛ ਤੁਹਾਡਾ ਫਰਕ ਰਹਿ ਗਿਆ ਨਾ ਐਕਚੁਅਲ ਵੈਲਿਊ ਨਾਲੋਂ। ਕਿੰਨਾ 2 ਡਿਗਰੀ ਸੈਲਸੀਅਸ ਦਾ ਫਰਕ ਰਹਿ ਗਿਆ, ਤਾਂ ਉਹਨੂੰ ਬੋਲਦੇ ਐਰਰ। ਜੇ ਤੁਸੀਂ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਮੇਅਰ ਕਰਦੇ ਹੋ ਤਾਂ ਤੁਸੀਂ ਐਕਚੁਅਲ ਵੈਲਿਊ ਨਾਲੋਂ ਜਾਂ ਐਗਜ਼ੈਕਟ ਵੈਲਿਊ ਨਾਲੋਂ ਕਿੰਨਾ ਕੁ ਤੁਹਾਡੀ ਡਿਫਰੈਂਸ ਆਉਂਦਾ ਰੀਡਿੰਗ ਦਾ। ਜੇ ਸੇਮ ਹੈ ਦੈਟ ਮੀਨ ਨੋ ਐਰਰ। ਜੇ ਕੋਈ ਨਾ ਕੋਈ ਡਿਫਰੈਂਸ ਆਉਂਦਾ ਤੁਹਾਡਾ, ਤਾਂ ਆਪਾਂ ਕੀ ਕਰ ਲਾਂਗੇ, ਦੇਅਰ ਵਿਲ ਬੀ ਐਰਰ ਇਨ ਯੂਰ ਆਬਜ਼ਰਵੇਸ਼ਨ। ਸਮਝ ਗਿਆ ਐਰਰ ਦਾ ਮਤਲਬ? ਕਿ ਆਪਾਂ ਡਿਫਾਈਨ ਕਰੀਏ ਐਰਰ ਕੀ ਹੁੰਦਾ ਹੈ। ਮੇਨਲੀ ਐਰਰ may be defined as difference between actual value, ਚਾਹੇ ਉਹ ਆਪਾਂ ਸਟੈਂਡਰਡ ਵੈਲਿਊ ਵੀ ਕਹਿ ਦਿੰਦੇ ਹਾਂ, ਐਕਚੁਅਲ ਵੈਲਿਊ ਜਾਂ ਸਟੈਂਡਰਡ ਵੈਲਿਊ, ਐਂਡ measured ਵੈਲਿਊ। ਕਿਸੇ ਵੀ ਮੇਡ ਵੈਲਿਊ ਆਫ ਐਨੀ ਫਿਜ਼ੀਕਲ ਕੁਆਂਟੀਟੀ। ਕਿਸੇ ਵੀ ਫਿਜ਼ੀਕਲ ਕੁਆਂਟੀਟੀ ਜੋ ਤੁਸੀਂ ਮੇਅਰ ਕਰ ਰਹੇ ਹੋ ਉਹਦੀ ਐਕਚੁਅਲ ਵੈਲਿਊ ਦੇ ਵਿੱਚ ਅਤੇ ਤੁਸੀਂ ਜਿਹੜੀ ਵੈਲਿਊ ਤੁਸੀਂ ਮੇਅਰ ਕੀਤੀ ਉਹਦੇ ਵਿੱਚ ਕਿਹੜਾ ਡਿਫਰੈਂਸ ਰਹਿ ਗਿਆ, ਉਹਨੂੰ ਆਪਾਂ ਕੀ ਬੋਲਦੇ ਹਾਂ, ਐਰਰ। ਐਰਰ ਤੁਹਾਡੇ ਕੋਲ ਕੀ ਹੋ ਗਿਆ, ਐਰਰ ਇਜ਼ ਇਕੁਅਲ ਟੂ ਐਕਚੁਅਲ ਰਿਜ਼ਲਟ ਔਰ ਐਕਚੁਅਲ ਵੈਲਿਊ ਮਾਈਨਸ ਮੇਜਰਡ ਵੈਲਿਊ। ਠੀਕ ਹੈ ਜੀ, ਇਹ ਤੁਹਾਡਾ ਫਾਰਮੂਲਾ ਹੋ ਗਿਆ ਐਰਰ ਮੇਅਰ ਕਰਨ ਦਾ। ਐਕਚੁਅਲ ਵੈਲਿਊ ਵਿੱਚ ਤੁਸੀਂ ਮੇਡ ਵੈਲਿਊ ਨੂੰ ਮਾਈਨਸ ਕਰ, ਤੁਹਾਡੇ ਕੋਲ ਕੀ ਨਿਕਲ, ਤੁਹਾਡੀ ਐਰਰ ਨਿਕਲ ਜਾਏਗੀ। ਫੋਰ ਐਗਜ਼ਾਮਪਲ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦੱਸਦੇ ਹਾਂ। ਮੰਨ ਲਓ ਆਪਣੇ ਕੋਲ ਆਇਰਨ ਰੋਡ ਹੈ ਇੱਕ, ਇਹਦੀ ਜਿਹੜੀ ਲੈਂਥ ਹੈ ਉਹ 1 ਮੀਟਰ ਹੈ। 1 ਮੀਟਰ ਕਹਿ ਲਓ ਜਾਂ 100 ਸੈਂਟੀਮੀਟਰ ਕਹਿ ਲਓ, ਗੱਲ ਇੱਕੋ ਹੀ ਹੈ। ਇਹ ਪਤਾ ਹੈ ਐਕਚੁਅਲ ਰਿਜ਼ਲਟ ਹੈ ਤੁਹਾਡਾ, ਐਕਚੁਅਲ ਵੈਲਿਊ ਹੈ 1 ਮੀਟਰ, ਹੈ ਨਾ। ਹੁਣ ਮੈਂ ਕਿਸੇ ਪਰਸਨ, ਕੋਈ ਏ ਪਰਸਨ ਹੈ ਜਿਹਨੂੰ ਮੈਂ ਕਹਾਂ ਵੀ ਇਹ ਰੋਡ ਲਾਓ ਅਤੇ ਇਹਨੂੰ ਮੇਅਰ ਕਰ ਕਰੋ ਵਿਦ ਹੈਲਪ ਆਫ ਸਕੇਲ ਕਹਿ ਲਓ, ਠੀਕ ਹੈ। ਉਹਨੇ ਮੇਅਰ ਕੀਤਾ 97 ਸੈਂਟੀਮੀਟਰ ਜਾਂ 97.5 ਕੁਛ ਵੀ ਕਹਿ ਲਓ। ਹੁਣ ਦੇਖੋ ਇਹਦਾ ਮਤਲਬ ਆਪਾਂ ਨੂੰ ਉਹਦੀ ਐਗਜ਼ੈਕਟ ਵੈਲਿਊ ਪਤਾ ਹੈ, ਤਾਂ ਉਹਦੇ ਕੋਲ ਐਰਰ ਕਿੰਨੀ ਬਚ ਗਈ, ਐਕਚੁਅਲ ਵੈਲਿਊ ਕਿੰਨੀ ਹੈ 100 ਸੈਂਟੀਮੀਟਰ, ਉਹਨੇ ਮੇਅਰ ਕਿੰਨੀ ਕੀਤੀ 97, ਤਾਂ ਬੱਚੇ ਕਿੰਨੀ ਐਰਰ ਰਹਿ ਗਈ 3 ਸੈਂਟੀਮੀਟਰ। ਇਹਨੂੰ ਬੋਲਦੇ ਆਪਾਂ ਐਰਰ। ਐਵੇਂ ਹੋਰ ਕਿਸੇ ਫਿਜ਼ੀਕਲ ਕੁਆਂਟੀਟੀ ਦੀ ਗੱਲ ਕਰੀਏ ਤਾਂ ਉਹਦੀ ਕੀ ਬਣ ਜੂਗੀ, ਐਰਰ ਬਣ ਜੂਗੀ। ਹੁਣ ਜਿਹੜੀ ਐਰਰ ਹੈ ਮੇਨਲੀ 2 ਤਰ੍ਹਾਂ ਦੀ ਐਰਰ ਹੁੰਦੀ ਹੈ, ਔਨ ਦ ਬੇਸਿਸ ਆਫ ਸਾਈਨ, ਹੈ ਨਾ। ਟਾਈਪਸ ਨੂੰ ਆਪਾਂ ਕਾਫੀ ਵੇ ਨਾਲ ਡਿਫਾਈਨ ਕਰਾਂਗੇ। ਟਾਈਪ ਆਫ ਐਰਰ, ਐਰਰ ਦੇ ਟਾਈਪਸ ਕਿਹੜੇ ਕਿਹੜੇ, ਇਹ ਜਿਹੜੀ ਕਲਾਸੀਫਿਕੇਸ਼ਨ ਹੈ ਇਹ ਆਪਾਂ ਇਸ ਬੇਸ 'ਤੇ ਕਰ ਰਹੇ ਹਾਂ ਕਿ ਜਿਹੜਾ ਐਰਰ ਆਏਗੀ ਉਹਦਾ ਸਾਈਨ ਪੋਜ਼ੀਟਿਵ ਹੈ ਜਾਂ ਨੈਗੇਟਿਵ ਹੈ। ਇਹਦੇ ਅਕੋਰਡਿੰਗ ਜਿਹੜੀ ਐਰਰ ਹੈ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਪੋਜ਼ੀਟਿਵ ਐਰਰ, ਦੂਸਰੀ ਹੁੰਦੀ ਹੈ ਨੈਗੇਟਿਵ ਐਰਰ। ਠੀਕ ਹੈ ਜੀ, ਪੋਜ਼ੀਟਿਵ ਐਰਰ ਐਂਡ ਨੈਗੇਟਿਵ ਐਰਰ। ਨਾਮ ਤੋਂ ਕਲੀਅਰ ਹੈ ਪੋਜ਼ੀਟਿਵ ਐਰਰ, ਜਦੋਂ ਤੁਹਾਡੀ ਐਰਰ ਆਫਟਰ ਸਬਟਰੈਕਟਿੰਗ ਦਾ ਮੇਡ ਵੈਲਿਊ ਫਰੋਮ ਦਾ ਐਕਚੁਅਲ ਵੈਲਿਊ ਤੁਹਾਡੀ ਐਰਰ ਪੋਜ਼ੀਟਿਵ ਆਵੇ, ਉਹਨੂੰ ਆਪਾਂ ਤੁਸੀਂ ਬੋਲਾਂਗੇ ਪੋਜ਼ੀਟਿਵ ਐਰਰ। ਜੇ ਜਦੋਂ ਤੁਹਾਡੀ ਆਫਟਰ ਸਬਟਰੈਕਟਿੰਗ ਤੁਹਾਡੀ ਵੈਲਿਊ ਨੈਗੇਟਿਵ ਆਵੇ, ਉਹਨੂੰ ਆਪਾਂ ਕਿਹੜੀ ਬੋਲਾਂਗੇ, ਨੈਗੇਟਿਵ ਐਰਰ। ਫੋਰ ਐਗਜ਼ਾਮਪਲ ਕਿਵੇਂ, ਜੇ ਮੈਂ ਉੱਪਰਲੀ ਐਗਜ਼ਾਮਪਲ ਦੀ ਹੀ ਗੱਲ ਕਰਾਂ, ਪੋਜ਼ੀਟਿਵ ਐਰਰ, ਹੈ ਨਾ। ਦੈਟ ਮੀਨ ਦੇਖੋ ਇੱਕ ਰੋਡ ਸੀਗੀ ਜਿਹਦੀ ਲੈਂਥ 100 ਸੈਂਟੀਮੀਟਰ ਸੀਗੀ, ਤੁਸੀਂ ਮੇਅਰ 97 ਕੀਤੀ, ਤੁਹਾਡੀ ਐਰਰ ਆ ਗਈ ਸੀ 3 ਸੈਂਟੀਮੀਟਰ, ਹੈ ਨਾ। ਇੱਥੇ 3 ਜਿਹੜਾ ਪੋਜ਼ੀਟਿਵ ਆਇਆ, ਹੈ ਨਾ। ਇਹਦਾ ਮਤਲਬ ਇਹ ਇਹਨੂੰ ਡਿਫਾਈਨ ਕਿਵੇਂ, ਇਹ ਉਹੀ ਹੋਊਗੀ ਪੋਜ਼ੀਟਿਵ। ਇਹਨੂੰ ਡਿਫਾਈਨ ਕਿਵੇਂ ਕਰਾਂਗੇ, ਵੈਨ ਐਕਚੁਅਲ
वैल्यू ਇਹਦਾ ਮਤਲਬ ਉਦੋਂ 100 ਹੈ ਜਿਹੜਾ 100 ਕਿਸ ਐਕਚੁਅਲ ਵੈਲਿਊ ਸੀਗੀ 100 ਐਕਚੁਅਲ ਵੈਲਿਊ ਸੀਗੀ ਇਹਦਾ 97 ਹੈ ਉਹ ਮੇਡ ਵੈਲਿਊ ਹੈ ਐਕਚੁਅਲ ਵੈਲਿਊ ਮੇਡ ਵੈਲਿਊ ਤੋਂ ਜ਼ਿਆਦਾ ਹੋਵੇ ਉਦੋਂ ਤੁਹਾਡੀ ਐਰਰ ਕੀ ਆਊਗੀ ਪੋਜ਼ਿਟਿਵ ਵਨ ਐਕਚੁਅਲ ਵੈਲਿਊ ਇਜ਼ ਗ੍ਰੇਟਰ ਦੈਨ measured value we call it positive error ਜਿਹੜੀ ਐਕਚੁਅਲ ਵੈਲਿਊ ਹੈ ਜਿਹੜੀ ਤੁਹਾਡੀ ਉਹ ਮੇਡ ਵੈਲਿਊ ਤੋਂ ਜ਼ਿਆਦਾ ਹੋਵੇ ਉਹ ਤੁਹਾਡੇ ਰਿਜ਼ਲਟ ਹਮੇਸ਼ਾ ਪੋਜ਼ਿਟਿਵ ਹੋਊਗਾ ਤਾਂ ਕਰਕੇ ਉਹ ਐਰਰ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਪੋਜ਼ਿਟਿਵ ਐਰਰ ਜੇ ਇਹੀ ਕਿਤੇ ਐਵੇਂ ਹੁੰਦਾ ਸਪੋਜ਼ ਕਰੋ ਐਕਚੁਅਲ ਵੈਲਿਊ ਰੋਡ ਦੀ 100 ਸੈਂਟੀਮੀਟਰ ਆਪਾਂ ਨੂੰ ਗਿਵਨ ਹੈ ਕਿਸੇ ਪਰਸਨ ਨੂੰ ਕਹਿੰਦੇ ਵੀ ਹਾਂ ਵੀ ਮੇਅਰ ਕਰ ਉਹ ਤੁਹਾਡਾ ਜਿਹੜਾ ਉਹਦੀ ਮੇਡ ਵੈਲਿਊ ਆ ਜਾਂਦੀ ਉਹ ਮੰਨ ਲਓ 102 ਸੈਂਟੀਮੀਟਰ ਮੇਅਰ ਕਰ ਲੈਂਦਾ ਉਹਨੇ ਜ਼ਿਆਦਾ ਮੇਅਰ ਕਰ ਲਈ ਹੈ ਨਾ ਤਾਂ ਐਰਰ ਤੁਹਾਡੀ ਕਿੰਨੀ ਆਉਂਦੀ ਐਕਚੁਅਲ ਵੈਲਿਊ ਮਾਈਨਸ ਮੇਡ ਵੈਲਿਊ ਮਤਲਬ 100 ਮਾਈਨਸ 102 ਤੁਹਾਡਾ ਆਂਸਰ ਆਉਂਦਾ ਮਾਈਨਸ 2 ਸੈਂਟੀਮੀਟਰ ਨਾ ਹੈ ਤਾਂ ਇਹ ਵੀ ਮਿਸਟੇਕ ਹੈ ਨਾ ਸਹੀ ਰਿਜ਼ਲਟ ਤਾਂ ਨਹੀਂ ਆਇਆ ਬਟ ਐਰਰ ਇੱਥੇ ਕੀ ਹੈ ਐਰਰ ਕੀ ਹੈ ਇੱਥੇ ਨੈਗੇਟਿਵ ਹੈ ਨਾ ਇਸ ਟਾਈਪ ਦੀ ਐਰਰ ਨੂੰ ਆਪਾਂ ਬੋਲਾਂਗੇ ਨੈਗੇਟਿਵ ਐਰਰ ਜਦੋਂ ਚਾਹ ਆਪਾਂ ਡਿਫਾਈਨ ਕਿਵੇਂ ਕਰ ਸਕਦੇ ਵੈਨ measured value of any physical quantity is greater than actual value ਜਦੋਂ measured value ਕਿਸੇ ਵੀ physical quantity ਦੀ ਜ਼ਿਆਦਾ ਹੋਵੇ actual value ਦੇ ਨਾਲ then error always become negative clear ਹੈ ਗੱਲ ਇਹ ਤਾਂ ਸੀ ਕਲਾਸੀਫਿਕੇਸ਼ਨ on the basis of टाइप्स on the basis of साइन ऑफ एरर कह लो उस तो बाद की है ਆਪਾਂ टाइप ऑफ एरर डिफाइन करन लगे हैं on the basis of reason कह लो occurring ਫॉर ਐਰਰ ਕਿਵੇਂ ਕਿਵੇਂ ਆਉਂਦੀ ਹੈ ਉਹਦੇ ਜਾਂ ਐਰਰ ਆਉਣ ਦੇ ਰੀਜ਼ਨ ਕਿਹੜੇ ਨੇ ਐਰਰ ਆਉਣ ਦੇ ਕਾਰਨ ਕਿਹੜੇ ਨੇ ਇਹਦੇ ਅਕੋਰਡਿੰਗ ਆਪਾਂ ਕਲਾਸੀਫਾਈ ਕਰਦੇ ਹਾਂ ਐਰਰਸ ਨੂੰ ਪਹਿਲੀ ਤਰ੍ਹਾਂ ਦੀ ਐਰਰ ਹੈ ਸਿਸਟੇਮੈਟਿਕ ਐਰਰ ਠੀਕ ਹੈ ਜਿਹਨੂੰ ਡਿਸਕਸ ਕਰਨਾ ਡਿਟੇਲ ਵਿੱਚ ਜਿਹੜਾ ਸਿਸਟੇਮੈਟਿਕ ਐਰਰ ਹੈ ਉਹ ਵਰਡ ਬਣਿਆ ਸਿਸਟਮ ਤੋਂ ਠੀਕ ਹੈ ਸਿਸਟਮ 'ਚ ਫਰਦਰ ਦੋ ਚੀਜ਼ਾਂ ਹੁੰਦੀਆਂ ਇੱਕ ਫਿਜ਼ੀਕਲ ਕੁਆਂਟੀਟੀ ਜਿਹਨੂੰ ਮੇਅਰ ਕਰਨਾ ਇੱਕ ਇੰਸਟਰੂਮੈਂਟ ਜਿਹਦੀ ਹੈਲਪ ਨਾਲ ਆਪਾਂ ਮੇਅਰ ਕਰਨਾ ਠੀਕ ਹੈ ਸਿਸਟਮ ਇਹ ਦੋ ਚੀਜ਼ਾਂ ਨੂੰ ਕੰਬਾਈਨਡ ਆਪਾਂ ਸਿਸਟਮ ਕਹਿ ਦਿੰਦੇ ਫਿਜ਼ੀਕਲ ਕੁਆਂਟੀਟੀ ਜਿਹਨੂੰ ਆਪਾਂ ਮੇਅਰ ਕਰਨ ਤੇ ਜਿਹਦੀ ਹੈਲਪ ਨਾਲ ਮੇਅਰ ਕਰਨਾ ਉਹਨਾਂ ਦੋਨਾਂ ਨੂੰ ਕੰਬਾਈਨਡ ਕੀ ਕਹਿੰਦੇ ਨੇ ਆਪਾਂ ਸਿਸਟਮ ਉਹ ਐਰਰ ਜਿਹੜੀ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਕਰਕੇ ਆਵੇ ਇਹਦੇ ਵਿੱਚ ਪ੍ਰੋਬਲਮ ਕਰ ਇਹਦੇ ਵਿੱਚ ਦਾ ਕਹਿਣ ਦਾ ਮਤਲਬ ਕੀ ਹੈ ਚਾਹੇ ਉਹ ਇੰਸਟਰੂਮੈਂਟ 'ਚ ਪ੍ਰੋਬਲਮ ਹੋਵੇ ਚਾਹੇ ਉਹ ਕੁਆਂਟੀਟੀ 'ਚ ਪ੍ਰੋਬਲਮ ਹੋਵੇ ਕੁਆਂਟੀਟੀ ਵੇਰੀ ਕਰ ਰਹੀ ਹੋਵੇ ਵਿਦ ਦਾ ਹੈਲਪ ਆਫ ਵਿਦ ਦਾ ਟੈਂਪਰੇਚਰ ਪ੍ਰੈਸ਼ਰ ਕਹਿ ਲਓ ਕੰਡੀਸ਼ਨਸ ਕਹਿ ਲਓ ਹੈ ਨਾ ਤਾਂ ਮਤਲਬ ਉਹ ਐਰਰ ਦੈਟ ਅਰਾਈਜ਼ਸ ਡਿਊ ਟੂ ਸਿਸਟਮ ਡਿਊ ਟੂ ਸਮ ਇਨਫਰਫੈਕਸ਼ਨ ਇਨ ਸਿਸਟਮ ਜਾਂ ਇਹ ਕਹਿ ਲਓ ਦ ਐਰਰ whose reason is known to us ਜਿਹਦਾ ਆਪਾਂ ਨੂੰ ਰੀਜ਼ਨ ਪਤਾ ਹੋਵੇ ਆਪਾਂ ਨੂੰ ਪਤਾ ਹੈ ਮੰਨ ਲਓ ਇੰਸਟਰੂਮੈਂਟ ਖਰਾਬ ਹੈ ਆਪਣਾ ਹੈ ਨਾ ਆਪਣਾ ਕੋਈ ਮੰਨ ਲਓ ਸਪੋਜ਼ ਕਰੋ ਥਰਮਾਮੀਟਰ ਹੈ ਸਕੇਲ ਹੈ ਕੁਛ ਵੀ ਕਹਿ ਲਓ ਜਿਹੜੀ ਵੀ ਮੇਰਿੰਗ ਟੂਲ ਹੈ ਕੋਈ ਉਹ 'ਚ ਕੋਈ ਦਿੱਕਤ ਆ ਉਹ ਸਹੀ ਵੈਲਿਊ ਮੇਅਰ ਨਹੀਂ ਕਰ ਰਿਹਾ ਆਪਣਾ ਵੋਲਟਮੀਟਰ ਹੈ ਐਮਮੀਟਰ ਹੈ ਕੁਛ ਵੀ ਕਹਿ ਲਓ ਨਾ ਤਾਂ ਜਦੋਂ ਉਹਦੇ ਵਿੱਚ ਕੋਈ ਦਿੱਕਤ ਹੋਊਗੀ ਤਾਂ ਆਪਾਂ ਨੂੰ ਰੀਜ਼ਨ ਪਤਾ ਹੋਊਗਾ ਵੀ ਹਾਂ ਮੇਰਾ ਇੰਸਟਰੂਮੈਂਟ ਖਰਾਬ ਹੈ ਜਿਹਦੇ ਕਰਕੇ ਮੇਰਾ ਰਿਜ਼ਲਟ ਠੀਕ ਨਹੀਂ ਆ ਰਿਹਾ ਐਰਰ ਹੂਜ਼ ਰੀਜ਼ਨ ਇਜ਼ ਨੋਨ ਟੂ ਅਸ ਐਂਡ that can be removed ਤੇ ਉਹਨੂੰ ਆਪਾਂ ਐਰਰ ਨੂੰ ਰਿਮੂਵ ਵੀ ਕਰ ਸਕਦੇ ਹਾਂ ਇਹ ਐਵੇਂ ਕਹਿ ਲਓ ਚਾਹੇ ਇਹ ਕਹਿ ਲਓ ਉਹਦਾ ਐਰਰ ਵਿਚ ਅਰਾਈਜ਼ਸ ਡਿਊ ਟੂ ਪ੍ਰੋਬਲਮ ਇਨ ਸਿਸਟਮ ਜਿਹੜੀ ਸਿਸਟਮ ਵਿੱਚ ਪ੍ਰੋਬਲਮ ਕਰਕੇ ਆਉਂਦੀ ਉਹਨੂੰ ਵੀ ਆਪਾਂ ਸਿਸਟਮੈਟਿਕ ਐਰਰ ਕਹਿ ਦਿੰਦੇ ਹਾਂ ਜਾਂ ਇਹ ਕਹਿ ਲਓ ਉਹ ਐਰਰ ਜਿਹੜੀ ਜਿਹਦਾ ਆਪਾਂ ਨੂੰ ਰੀਜ਼ਨ ਪਤਾ ਹੋਵੇ ਤੇ ਜਿਹਨੂੰ ਆਪਾਂ ਦੂਰ ਵੀ ਕਰ ਸਕੀਏ ਜਿਹੜੀ ਈਜ਼ੀਲੀ ਰਿਮੂਵ ਹੋ ਸਕੇ ਉਹਨੂੰ ਆਪਾਂ ਕੀ ਬੋਲਦੇ ਹਾਂ ਸਿਸਟਮੈਟਿਕ ਐਰਰ ਇਹਦੇ ਅੱਗੇ ਕਾਫੀ ਟਾਈਪਸ ਨੇ ਪਹਿਲੀ टाइप्स है पर देखो मैं पहले तुहानूं दस्सिया भी जिहड़ा सिस्टम है ये वर्ड बने इंस्ट्रूमेंट ते फिजिकल क्वांटिटी तो मिल के ना तो वो बेस डिस्क्राइब करते हैं पहली तरह की ਇਹਦਾ सब पार्ट है इंस्ट्रूमेंटल एरर
नाम तो क्लियर है, इंस्ट्रूमेंट, टूल, मेयरिंग टूल कह लो। द एरर दैट अराइजेस ड्यू टू some problem in इंस्ट्रूमेंट। ਇਹ ਉਹ ਐਰਰ ਹੈ ਜਿਹਦੀ ਇੰਸਟਰੂਮੈਂਟ ਦੇ ਵਿੱਚ ਕਿਸੇ ਪ੍ਰੋਬਲਮ ਕਰਕੇ ਆਉਂਦੀ। ਇੰਸਟਰੂਮੈਂਟ ਤੁਹਾਡਾ ਪ੍ਰੋਪਰ ਵਰਕ ਨਹੀਂ ਕਰ ਰਿਹਾ, ਸਕੇਲ ਹੈ ਤੁਹਾਡਾ ਕੋਈ ਟੁੱਟਿਆ ਹੋਇਆ, ਥਰਮਾਮੀਟਰ ਤੁਹਾਡੀ ਪ੍ਰੋਪਰ ਰੀਡਿੰਗ ਨਹੀਂ ਜਾ ਰਹੀ, ਉੱਪਰ ਵੈਰੋਮੀਟਰ ਹੈ ਤੁਹਾਡਾ ਪ੍ਰੈਸ਼ਰ, ਤੁਹਾਡੀ ਵੋਲਟਮੀਟਰ ਦੀ ਵੈਲਿਊ ਐਗਜ਼ੈਕਟ ਉਹ 'ਚ ਐਰਰ ਹੈ, ਕੋਈ ਲੀਸਟ ਕਾਊਂਟ ਐਰਰ ਹੈ, ਉਸ ਜ਼ੀਰੋ ਐਰਰ ਹੈ ਨਾ, ਇਸ ਤਰ੍ਹਾਂ ਦੀ ਕੋਈ ਵੀ ਐਰਰ ਜਿਹੜੀ ਸਿਸਟਮ ਦੇ ਵਿੱਚ ਤੁਹਾਡੀ ਇੰਸਟਰੂਮੈਂਟ ਦੇ ਵਿੱਚ ਪ੍ਰੋਬਲਮ ਕਰਕੇ ਉਹਨੂੰ ਆਪਾਂ ਕੀ ਬੋਲਦੇ ਹਾਂ, ਇੰਸਟਰੂਮੈਂਟਲ ਐਰਰ। ਦੇਖੋ ਮੈਂ ਪਹਿਲਾਂ ਕਿਹਾ ਸਿਸਟਮੈਟਿਕ ਐਰਰ ਉਹ ਹੁੰਦੀ ਹੈ ਜੇ ਤੁਹਾਨੂੰ ਰੀਜ਼ਨ ਪਤਾ, ਇਹਦਾ ਰੀਜ਼ਨ ਪਤਾ ਹੈ। ਜੇ ਤੁਹਾਡਾ ਆਪਰੇਟਸ ਖਰਾਬ ਹੈ ਤੁਹਾਨੂੰ ਉਹਦਾ ਰੀਜ਼ਨ ਪਤਾ ਹੈ, ਸਾਡਾ ਮੇਰਾ ਆਪਰੇਟਸ ਖਰਾਬ ਹੈ। ਅੱਗੇ ਕੀ ਲਿਖਿਆ ਮੈਨੇ, ਐਂਡ ਦੈਟ ਕੈਨ ਬੀ ਰਿਮੂਵਡ, ਤੁਹਾਨੂੰ ਆਪਾਂ ਰਿਮੂਵ ਕਰ ਸਕਦੇ ਹਾਂ। ਤੁਹਾਡਾ ਇੰਸਟਰੂਮੈਂਟ ਜਿਹੜਾ ਵੀ ਖਰਾਬ ਹੈ ਉਹਨੂੰ ਬਦਲ ਦਿਓ, ਹੈ ਨਾ। ਤੁਹਾਡਾ ਇੰਸਟਰੂਮੈਂਟ ਮੰਨ ਲਓ ਸਕੇਲ ਤੁਸੀਂ ਪ੍ਰੋਟੈਕਟਰ ਯੂਜ਼ ਕਰਕੇ ਕੋਈ ਐਂਗਲ ਡਰਾ ਕਰ ਰਹੇ ਹੋ, ਤੁਹਾਡਾ ਪ੍ਰੋਟੈਕਟਰ ਦਾ ਐਂਗਲ ਮਿਟੇ ਪਏ ਨੇ, ਤੁਹਾਡੇ ਪ੍ਰੋਟੈਕਟਰ ਦੇ ਐਂਗਲ ਸਹੀ ਨਹੀਂ ਬਣੇ, ਕੁਛ ਵੀ ਕਹਿ ਲਓ, ਹੈ ਨਾ। ਉਹ ਚੀਜ਼ ਪੁਰਾਣੀ ਚੀਜ਼ ਨਵੇਂ ਨਾਲ ਰਿਪਲੇਸ ਕਰ ਦਿਓ। ਥਰਮਾਮੀਟਰ ਹੈ ਪੁਰਾਣਾ ਰੀਡਿੰਗ ਸਹੀ ਨਹੀਂ ਦੇ ਰਿਹਾ, ਨਵਾਂ ਥਰਮਾਮੀਟਰ ਲਗਾ ਲਓ। ਵੋਲਟਮੀਟਰ ਹੈ ਪੁਰਾਣਾ ਰੀਡਿੰਗ ਠੀਕ ਨਹੀਂ ਦੇ ਰਿਹਾ, ਉਹ 'ਚ ਐਰਰ ਹੈ, ਨਵਾਂ ਲਗਾ ਲਓ। ਅਤੇ ਜਿਹਦਾ ਇਹਦਾ ਰੀਜ਼ਨ ਵੀ ਪਤਾ ਹੈ ਅਤੇ ਇਹਨੂੰ ਆਪਾਂ ਇਸ ਲਈ ਕੀ ਹੈ ਰਿਮੂਵ ਵੀ ਕਰ ਸਕਦੇ। ਉਹ ਐਰਰ ਨੂੰ ਕੀ ਕਹਿ ਸਕਦੇ ਆਪਾਂ, ਸਿਸਟਮ ਇੰਸਟਰੂਮੈਂਟ। ਇਟ ਇਜ਼ ਅ ਟਾਈਪ ਆਫ ਸਿਸਟਮੈਟਿਕ ਐਰਰ। ਇੰਸਟਰੂਮੈਂਟਲ ਐਰਰ ਕਾਹਦੀ ਟਾਈਪ ਹੈ, ਸਿਸਟਮੈਟਿਕ। ਦੂਜਾ ਤਰ੍ਹਾਂ ਦਾ ਐਗਜ਼ਾਮਪਲ ਹੈ ਐਰਰ due to imperfection in measuring techniques। ਐਰਰ ਡਿਊ ਟੂ, ਐਰਰ ਕਾਹਦੇ ਕਰਕੇ ਆਉਂਦੀ ਹੈ, ਇੰਪਰਫੈਕਸ਼ਨ। ਇੰਪਰਫੈਕਸ਼ਨ ਦਾ ਮਤਲਬ ਆਪਾਂ ਕਿਸੇ ਚੀਜ਼ 'ਚ ਪਰਫੈਕਟ ਨਾ ਹੋਈਏ, ਹੈ ਨਾ। ਇਨ ਮੇਅਰਿੰਗ ਟੈਕਨੀਕਸ, ਆਪਾਂ ਨੂੰ ਕਿਸੇ ਵੀ, ਦੇਖੋ ਹਰੇਕ ਚੀਜ਼ ਨੂੰ ਮੇਅਰ ਕਰਨ ਦੀ ਕੁਛ ਟੈਕਨੀਕਸ ਹੁੰਦੀਆਂ, ਹਰੇਕ ਚੀਜ਼ ਨੂੰ ਮੇਅਰ ਕਰਨ ਦੀ ਕੁਛ ਟੈਕਨੀਕਸ ਹੁੰਦੀਆਂ ਨਾ। ਜਿਵੇਂ ਫੋਰ ਐਗਜ਼ਾਮਪਲ ਦੇਖੋ ਜਿਹੜੇ ਸਿਵਲ ਇੰਜੀਨੀਅਰਸ ਹੁੰਦੇ ਨੇ ਨਾ, ਉਹ ਤੁਸੀਂ ਦੇਖਿਆ ਹੋਊਗਾ ਜਦੋਂ ਸੜਕਾਂ ਕੰਸਟਰਕਟ ਕਰਨੇ ਜਾਂ ਬ੍ਰਿਜ ਕੰਸਟਰਕਟ ਕਰਦੇ ਹੁੰਦੇ ਨੇ ਉਹ, ਤਾਂ ਉਹਨਾਂ ਕੋਲ ਇੱਕ ਇੰਸਟਰੂਮੈਂਟ ਜਿਹਾ ਹੁੰਦਾ, ਟਰਾਈਪੋਡ ਸਟੈਂਡ ਟਾਈਪ ਜਾਂ ਸਟੈਂਡ ਜਿਹਾ ਲੱਗਿਆ ਹੁੰਦਾ, ਅਤੇ ਉਹਦੇ ਵਿੱਚ ਕੁਛ ਦੇਖ ਰਹੇ ਹੁੰਦੇ ਨੇ ਕੈਮਰੇ ਵਾਂਗੂ ਨਾ। ਤਾਂ ਉਹਦੀ ਕੀ ਟੈਕਨੀਕ ਹੈ, ਹਾਊ ਉਹ ਯੂਜ਼ ਕਿਵੇਂ ਕਰਨਾ, ਉਹਨੂੰ ਹਾਊ ਮੇਅਰ ਕਿਵੇਂ ਕਰਨਾ, ਉਹ ਸਿਰਫ ਉਹਨਾਂ ਨੂੰ ਪਤਾ ਹੈ ਨਾ, ਆਪਾਂ ਨੂੰ ਨਹੀਂ ਪਤਾ। ਆਪਾਂ ਜੇ ਹੁਣ ਮੇਅਰ ਕਰ ਲਏ, ਆਪਾਂ ਨੂੰ ਟੈਕਨੀਕ ਹੀ ਨਹੀਂ ਪਤਾ ਵੀ ਕਿਵੇਂ ਮੇਅਰ ਕਰਨਾ ਹੈ। ਐਵੇਂ ਕਈ ਫਿਜ਼ਿਕਸ ਬਹੁਤ ਸਾਰੇ ਐਕਸਪੈਰੀਮੈਂਟਸ ਨੇ ਜਿਹਦੀ ਰੀਡਿੰਗਸ ਆਪਾਂ ਨੂੰ ਪਤਾ ਹੋਣਾ ਚਾਹੀਦਾ। ਵਰਨਰ ਕੈਲੀਪਰ ਹੈ, ਤੁਸੀਂ +1 'ਚ ਆਪਾਂ ਪ੍ਰੈਕਟੀਕਲ ਵੀ ਕਰਾਂਗੇ, ਤਾਂ ਜਿੰਨ ਟਾਈਮ ਆਪਾਂ ਨੂੰ ਮੇਅਰਿੰਗ ਟੈਕਨੀਕਸ ਨਹੀਂ ਪਤਾ ਤਾਂ ਆਪਾਂ ਐਗਜ਼ੈਕਟ ਵੈਲਿਊ ਮੇਅਰ ਕਰ ਹੀ ਨਹੀਂ ਸਕਦੇ, ਹੈ ਨਾ। ਮਤਲਬ ਟੈਕਨੀਕਸ ਦੀ ਨੌਲੇਜ ਹੋਣੀ ਚਾਹੀਦੀ, ਉਹਦੇ ਕਰਕੇ ਵੀ ਐਰਰ ਹੁੰਦੀ ਹੈ ਨਾ। ਤਾਂ ਦੇਖੋ ਕੀ ਲਿਖਿਆ, ਐਰਰ ਡਿਊ ਟੂ ਇੰਪਰਫੈਕਸ਼ਨ ਇਨ ਮੇਅਰਿੰਗ ਟੈਕਨੀਕਸ। ਦਿਸ ਐਰਰ arises due to lack of knowledge knowledge of measuring techniques। ਮੇਜਰਿੰਗ ਟੈਕਨੀਕ ਦੀ ਨੌਲੇਜ ਹੈ ਤੁਹਾਨੂੰ ਲੈਕ ਹੋਵੇ, ਤੁਹਾਨੂੰ ਘਾਟ ਹੋਵੇ, ਤੁਹਾਨੂੰ ਪਤਾ ਨਾ ਹੋਵੇ ਕਿਵੇਂ ਮੇਅਰ ਕਰਨਾ, ਕਿਵੇਂ ਇੰਸਟਰੂਮੈਂਟ ਯੂਜ਼ ਕਰਨਾ, ਉਹਦੇ ਕਰਕੇ ਤੁਹਾਡੀ, ਜਿਵੇਂ ਥਰਮਾਮੀਟਰ ਦੀ ਗੱਲ ਕਰ ਲਈਏ, ਥਰਮਾਮੀਟਰ ਦਾ ਜਿਹੜਾ ਇੱਕ ਸਾਈਡ ਹੈ ਉਹ ਮਰਕਰੀ ਲੱਗਿਆ ਹੁੰਦਾ, ਜਿਹੜਾ ਨਾ ਰਾਈਜ਼ ਕਰਦਾ ਹੈ, ਦੂਜਾ ਸਿਰਾ ਹੁਣ ਆਪਾਂ ਨੂੰ ਪਤਾ ਜਦੋਂ ਆਪਾਂ ਟੈਂਪਰੇਚਰ ਮੇਅਰ ਕਰਨਾ ਹੈ ਜਾਂ ਕਹਿ ਲਓ ਫੀਵਰ ਮੇਅਰ ਕਰਨਾ ਹੈ, ਤਾਂ ਆਪਾਂ ਮਰਕਰੀ ਵਾਲਾ ਪਾਸਾ ਟੱਚ ਨਹੀਂ ਕਰਨਾ ਹੁੰਦਾ ਨਾ। ਸਪੋਜ਼ ਕਰੋ ਜਿਵੇਂ ਆਹ ਮਰਕਰੀ ਵਾਲਾ ਪਾਸਾ ਹੈ, ਆਹ ਉਹਦਾ ਆਪੋਜ਼ਿਟ ਸਾਈਡ ਹੈ, ਆਪਣੇ ਇਹਨੂੰ ਟੱਚ ਨਹੀਂ ਕਰਨਾ ਹੁੰਦਾ ਜਦੋਂ ਕੋਈ ਟੈਂਪਰੇਚਰ ਦੇਖਣਾ ਜਾਂ ਫੀਵਰ ਨੋਟ ਕਰਨਾ ਕਿਸੇ ਪਰਸਨ ਦਾ ਨਾ, ਤਾਂ ਆਪਾਂ ਸਿਰਫ ਉਹਦਾ ਆਪੋਜ਼ਿਟ ਐਂਡ ਤੋਂ ਪਕੜਾਂਗੇ ਇਹਨੂੰ। ਬਟ ਜੇ ਕਿਸੇ ਪਰਸਨ ਨੂੰ ਪਤਾ ਹੀ ਨਹੀਂ ਵੀ ਮੇਅਰ ਕਿਵੇਂ ਕਰਨਾ ਜਾਂ ਤਾਂ ਕੀ ਮੈਥਡ ਕੀ ਹੈ, ਹੋ ਸਕਦਾ ਹੈ ਮਤਲਬ ਆਪਾਂ ਕਿਸੇ ਪਰਸਨ ਦਾ ਫੀਵਰ ਮੇਅਰ ਕਰ ਰਹੇ ਹਾਂ, ਹੈ ਨਾ, ਉਹਦਾ ਫਾਰਨੇਟ ਮੇਅਰ ਕਰ 98.4 ਹੁੰਦਾ, ਆਪਾਂ ਸਪੋਜ਼ ਕਰੋ ਉਹਦਾ ਫੀਵਰ ਹੈ ਜਿਹੜਾ 95 ਹੈ ਟੈਂਪਰੇਚਰ ਉਹਦੀ ਬੋਡੀ ਦਾ, ਆਪਾਂ ਕੀ ਕੀਤਾ ਮੇਅਰ ਕਰਨ ਵੇਲੇ ਇੱਥੋਂ ਫੜ ਲਿਆ, ਤਾਂ ਆਪਣੀ ਬੋਡੀ ਹੀਟ ਵੀ ਟਰਾਂਸਫਰ ਹੋ ਜਾਊਗੀ ਟੂ ਦਾ ਥਰਮਾਮੀਟਰ ਐਂਡ ਦਾ ਲੈਵਲ ਆਫ ਦਾ ਮਰਕਰੀ ਵਿਲ ਰਾਈਜ਼। ਹੋ ਸਕਦਾ ਉਹ 104 ਹੋ ਜੇ, ਹੈ ਨਾ, ਮਤਲਬ ਤਾਂ ਫਿਰ ਐਕਚੁਅਲ ਵੈਲਿਊ ਤੋਂ ਡਿਸਟਰਬ 95 ਤੋਂ ਕਿੰਨਾ ਵੱਧ ਗਿਆ 104 ਹੋ ਗਿਆ ਨਾ, ਕੁਛ ਵੀ ਚੇਂਜ ਹੋ ਸਕਦਾ। ਦੈਟ ਮੀਨਸ ਉਹਨੂੰ ਟੈਕਨੀਕ ਨਹੀਂ ਪਤਾ ਸੀ ਕਿੱਥੋਂ ਥਰਮਾਮੀਟਰ ਇੱਧਰੋਂ ਨਹੀਂ ਫੜਨਾ ਹੁੰਦਾ, ਇਹਦੀ ਗੱਲ ਕਰਨਾ। ਇਸ ਤਰ੍ਹਾਂ ਟੈਕਨੀਕਸ ਦੀ ਘਾਟ ਹੋਣੀ, ਇਹਦਾ ਮਤਲਬ ਦੇਖੋ ਸਿਸਟਮੈਟਿਕ ਦੀ ਟਾਈਪਸ ਕਿਵੇਂ ਹੋਊਗੀ, ਇਹਦਾ ਆਪਾਂ ਨੂੰ ਰੀਜ਼ਨ ਪਤਾ ਹੈ ਕਿ ਹਾਂ ਕਿ ਉਹਨੂੰ ਨੌਲੇਜ ਨਹੀਂ ਹੈਗੀ ਕਿ
ਯੂਜ਼ ਕਿਵੇਂ ਕਰਨਾ ਆਪਰੇਟਸ, ਉਹ ਦੂਰ ਕਿਵੇਂ ਕਰ ਸਕਦੇ, ਉਹਨੂੰ ਨੌਲੇਜ ਦੇ ਦਿਓ ਵੀ ਨਹੀਂ ਥਰਮਾਮੀਟਰ ਇੱਧਰੋਂ ਨਹੀਂ ਫੜਨਾ ਹੁੰਦਾ, ਨਹੀਂ ਆਹ ਚੀਜ਼ ਐਵੇਂ ਮੇਅਰ ਕਰਨੀ। ਜੇ ਉਹਨੂੰ ਨੌਲੇਜ ਹੋਵੇ ਮੇਅਰਿੰਗ ਟੈਕਨੀਕਸ ਨੂੰ, ਟੂਲਸ ਨੂੰ ਯੂਜ਼ ਕਰਨ ਦੀ, ਐਰਰ ਕੈਨ ਬੀ ਈਜ਼ੀਲੀ ਰਿਮੂਵਡ। ਠੀਕ ਹੈ, ਤਾਂ ਇਹ ਐਰਰ ਨੂੰ ਵੀ ਆਪਾਂ ਕੀ ਕਰ ਸਕਦੇ, ਈਜ਼ੀਲੀ ਰਿਮੂਵ ਕਰ ਸਕਦੇ ਹਾਂ। ਥਰਡ ਜਿਹੜੀ ਐਰਰ ਹੈ ਦੈਟ ਇਜ਼ ਕਾਲਡ ਪਰਸਨਲ ਐਰਰ। ਆਪਾਂ ਸਿਸਟੇਮੈਟਿਕ ਐਰਰ ਦੀਆਂ ਹੀ ਟਾਈਪਸ ਪੜ੍ਹ ਰਹੇ ਹਾਂ, ਧਿਆਨ ਰਹੇ ਤੁਹਾਡਾ ਹੈ ਨਾ। ਪਰਸਨਲ ਐਰਰ ਉਹ ਐਰਰ ਜਿਹੜੀ ਪਰਸਨ ਟੂ ਪਰਸਨ ਵੇਰੀ ਕਰੇ, ਪਰਸਨਲ ਦਾ ਮਤਲਬ ਹਰੇਕ ਇੰਡੀਵਿਜੂਅਲ ਦੀ ਗੱਲ ਲੈਂਦੀ ਹੈ ਨਾ। ਸਪੋਜ਼ ਕਰੋ ਕੋਈ ਆਪਾਂ ਥਰਮਾਮੀਟਰ, ਆਪਾਂ ਟੈਂਪਰੇਚਰ ਦੀ ਗੱਲ ਕਰਨੀ ਹੈ ਵੀ ਕਿਸੇ ਜਗ੍ਹਾ ਦਾ ਟੈਂਪਰੇਚਰ ਮੇਅਰ ਕਰਨਾ ਹੈ। ਠੀਕ ਹੈ, ਮੰਨ ਲਓ ਉਸ ਜਗ੍ਹਾ ਟੈਂਪਰੇਚਰ 35 ਡਿਗਰੀ ਸੈਲਸੀਅਸ ਹੈ, ਮੈਨੂੰ ਪਤਾ ਹੈ। 4 ਪਰਸਨ, ਇੱਕ ਪਰਸਨ ਏ ਹੈ, ਇੱਕ ਪਰਸਨ ਬੀ ਹੈ, ਇੱਕ ਪਰਸਨ ਸੀ ਹੈ, ਇੱਕ ਪਰਸਨ ਡੀ ਹੈ। ਮੈਂ ਚਾਰੇ ਪਰਸਨਸ ਨੂੰ ਕਹਿਤਾ ਵੀ ਤੁਸੀਂ ਆਪਣੇ ਬੇਸ 'ਤੇ ਟੈਂਪਰੇਚਰ ਮੇਅਰ, 4 ਥਰਮਾਮੀਟਰ ਦੇ ਦਿੱਤੇ ਉਹਨਾਂ ਨੂੰ, ਆਪਣਾ ਟੈਂਪਰੇਚਰ ਮੇਅਰ ਕਰੋ। ਮੰਨ ਲਓ ਏ ਨੇ ਮੇਅਰ ਕਰ ਲਿਆ 34, बी ने मेयर कर लिया 33.7, सी ने मेयर कर लिया 35.2, डी ने मेयर कर लिया 34.1। ਹੁਣ ਦੇਖੋ ਜੀ ਚਾਰਾਂ ਦੇ ਵਿੱਚ ਐਰਰ ਹੈ, 4 ਡਿਫਰੈਂਟ ਪਰਸਨ ਸੀ, ਕੀ ਸਾਰਿਆਂ ਦੀ ਐਰਰ ਕੋਮਨ ਆਈ? ਨਹੀਂ। ਇਹਦਾ ਕੀ ਮਤਲਬ ਹੈ, ਮੈਂ ਹੋ ਸਕਦਾ ਕੋਈ ਵੈਲਿਊ ਵਿੱਚੋਂ ਸਹੀ ਵੀ ਮੇਅਰ ਕਰ ਲੇ ਆਪਾਂ, ਵੈਸੇ ਹੀ ਮੈਂ ਤਾਂ ਐਰਰ ਦੇ ਬੇਸਿਸ ਡਿਸਕ੍ਰਾਈਬ ਕਰ ਰਿਹਾ। ਹੋ ਸਕਦਾ ਜਿਵੇਂ ਈ ਪਰਸਨ ਸਪੋਜ਼ ਕਰ ਲਾਂ ਤਾਂ ਉਹਦੀ ਮੰਨ ਲਓ ਐਗਜ਼ੈਕਟ ਵੈਲਿਊ 35 ਡਿਗਰੀ ਸੈਲਸੀਅਸ ਆ ਗਈ ਹੈ ਨਾ। ਤਾਂ ਮੇਰੇ ਕਹਿਣ ਦਾ ਇਹ ਮਤਲਬ ਹੈ ਜਿਹੜੀ ਐਰਰ ਹੈ ਇਹ ਹਰ ਪਰਸਨ, ਜਦੋਂ ਕੋਈ ਲਾਰਜ ਨੰਬਰ ਆਫ ਪਰਸਨ ਇਹਨੂੰ ਮੇਅਰ ਕਰ ਰਹੇ ਨੇ ਕਿਸੇ ਇੰਸਟਰੂਮੈਂਟ ਨੂੰ, ਕਿਸੇ ਵੈਲਿਊਜ਼ ਨੂੰ, ਕਿਸੇ ਫਿਜ਼ੀਕਲ ਕੁਆਂਟਿਟੀ ਨੂੰ, ਤਾਂ ਜ਼ਰੂਰੀ ਨਹੀਂ ਕਿ ਹਰ ਵਾਰੀ ਐਰਰ ਕਾਮਨ ਆਵੇ। ਐਰਰ ਮੇ ਬੀ ਡਿਫਰੈਂਟ। ਇਹਦਾ ਮਤਲਬ ਜਿਹੜੀ ਐਰਰ ਹੈ ਉਹ ਪਰਸਨ ਟੂ ਪਰਸਨ ਵੇਰੀ ਕਰਦੀ ਹੈ, ਇਟ ਇਜ਼ ਨੋਟ ਅ ਕੌਂਸਟੈਂਟ ਕੁਆਂਟਿਟੀ ਹੈ ਨਾ। ਦੇਖੋ ਇੱਥੇ ਐਰਰ ਕੀ ਹੈ, 1 ਡਿਗਰੀ ਸੈਲਸੀਅਸ ਪੋਜ਼ੀਟਿਵ, ਇੱਥੇ ਵੀ ਪੋਜ਼ੀਟਿਵ ਹੈ, ਇੱਥੇ ਨੈਗੇਟਿਵ ਹੋ ਗਈ, ਇੱਥੇ ਪੋਜ਼ੀਟਿਵ ਹੈ, ਇੱਥੇ ਜ਼ੀਰੋ ਹੈ ਨਾ। ਐਰਰ ਮੇ ਬੀ ਡਿਫਰੈਂਟ। ਤਾਂ ਹੁਣ ਆਪਾਂ ਕਿਹੜੀ ਬੋਲਾਂਗੇ, ਐਰਰ ਡਿਊ ਟੂ ਪਰਸਨਲ ਐਰਰ। ਜਿਹੜੀ ਪਰਸਨਲ ਐਰਰ ਹੈ ਇਹਦੇ ਰੀਜ਼ਨ ਕਾਫੀ ਸਾਰੇ ਹੋ ਸਕਦੇ ਨੇ। ਫੋਰ ਐਗਜ਼ਾਮਪਲ ਸਪੋਜ਼ ਕਰੋ ਜਿਹੜੇ 4-5 ਪਰਸਨ ਆਪਾਂ ਕੋਈ ਟੈਂਪਰੇਚਰ ਮੇਅਰ ਕਰਨ ਨੂੰ ਕਹਿਤਾ, ਸਪੋਜ਼ ਕਰੋ ਕਿਸੇ ਪਰਸਨ ਦੀ ਆਈ ਸਾਈਟ ਵੀਕ ਹੈ ਨਾ, ਵੀਕ ਆਈ ਸਾਈਟ ਹੈ। ਠੀਕ ਹੈ, ਹੁਣ ਵੀਕ ਆਈ ਸਾਈਟ ਹੈ, ਸਪੋਜ਼ ਕਰੋ ਉਹਦਾ ਟੈਂਪਰੇਚਰ 35 ਸੀ, ਉਹ 34 ਮੇਅਰ ਕਰ ਗਿਆ ਹੈ ਨਾ। ਜਾਂ ਕਿਸੇ ਪਰਸਨ ਦੇ ਹੈਂਡ ਨੇ ਜਿਹੜੇ ਉਹ ਮਤਲਬ ਕੰਮ ਰਹੇ ਨੇ, ਕਈ ਪਰਸਨ ਹੁੰਦੇ ਜਿਹੜੇ ਹੱਥ ਕੰਮਦੇ ਹੁੰਦੇ ਨੇ ਐਵੇਂ ਰੀਡਿੰਗ, ਕੋਈ ਮੰਨ ਲਓ ਬਰੀਕ ਰੀਡਿੰਗਸ ਮੇਅਰ ਕਰ ਰਿਹਾ, ਬਹੁਤ ਨੈਰੋ ਲਾਈਨਸ ਨੇ, ਰੀਡਿੰਗ ਮੇਅਰ ਕਰ ਰਿਹਾ, ਤਾਂ ਕਈ ਵਾਰ ਉਹਦੇ ਹੱਥ ਸਟੇਸ਼ਨਰੀ ਨਹੀਂ ਰਹਿੰਦੇ, ਹੱਥ ਹਲਦੇ ਰਹਿੰਦੇ ਨੇ ਨਾ, ਜਿਹਦੇ ਕਰਕੇ ਹੀ ਇਜ਼ ਨਾਟ ਏਬਲ ਟੂ ਸਟੱਡੀ ਦਾ ਇੰਸਟਰੂਮੈਂਟ ਪ੍ਰੋਪਰਲੀ। ਉਹਦੇ ਕਰਕੇ ਵੀ ਜਿਹੜੀ ਐਰਰ ਆ ਜਾਂਦੀ ਹੈ ਨਾ। ਤਾਂ ਜਿਹੜੀ ਐਰਰ ਕਿਸੇ ਵੀ ਪਰਸਨ ਟੂ ਪਰਸਨ ਵੇਰੀ ਕਰੇ ਉਹਨੂੰ ਆਪਾਂ ਕਿਹੜੀ ਐਰਰ ਬੋਲਦੇ ਹਾਂ, ਪਰਸਨ ਐਰਰ। ਤਾਂ ਐਰਰ that vary from person to person they have many reason। ਇਹਦੇ ਰੀਜ਼ਨ ਕਾਫੀ ਹੋ ਸਕਦੇ ਨੇ, ਮੈਂ ਉੱਪਰ ਐਗਜ਼ਾਮਪਲ ਡਿਸਕਸ ਕਰ ਚੁੱਕੇ ਹਾਂ ਕਾਹਦੀ ਕਿਹੜੇ। ਵੀਕ ਆਈ ਸਾਈਟ, ऑक्सीलेटिंग हैंड, हाँ इस तरह की रीजन है ना करके जी एरर आ गए आप की बोलते हैं परसनल एरर। नैक्सट जी एरर है फोर्थ टाइप, एरर ड्यू टू एक्सटर्नल फैक्टर। एरर ड्यू टू एक्सटर्नल फैक्टर देखो पहला की होंगे ने, बाहरी फैक्टर जेडे किसी फिजिकल क्वांटिटी में इफेक्ट करते हैं। इट मे बी टैंपरेचर, इट मे बी प्रैशर, इट मे बी ह्यूमिडिटी। इस तरह के फैक्टर को एक्सटर्नल फैक्टर कहते हैं, इन्हां करके भी एरर आ जाते हैं। फॉर एग्जाम्पल किवें आप कोई सेक्शन कर रहे हैं, या कह लो आप
कोई एक्सपेरिमेंट कर रहे हैं या कोई मेजरमेंट कर रहे हैं, मान लो आप रूम टेम्परेचर ही मेजर कर रहे हैं, ठीक है। मतलब एग्जाम्पल ले लो 35 डिग्री सैल्सियस है मान लो एग्जैक्ट वैल्यू। हुण मैं परसन ए नूं कहा, उन्हें 35 कहता जी हाँ 35 है, बट हो सकता आफ्टर सम टाइम टैंपरेचर चेंज हो जाए, बारिश का मौसम हो जाए तो नैचुरल टैंपरेचर डिक्रीज हो जाऊगा। 10 मिनट बाद सपोज करो बी नूं कहा, बी कहता नहीं जी 30 डिग्री सैल्सियस है टैंपरेचर, है ना। ये प्रैशर टैंपरेचर है जगह लोग एक्सटर्नल फैक्टर ने, ह्यूमिडिटी है, बारिश का मौसम है, उन्हें ये टैंपरेचर में इफेक्ट करता। एवं प्रैशर की गल कर ली सपोज करो है ना, टैंपरेचर भी किसी कंडीशन में इफेक्ट कर सकता है, प्रैशर भी कर सकता, तो इन्होंने करके जी एरर आती उन्होंने आप की कहते हैं एरर ड्यू टू एक्सटर्नल फैक्टर्स, बाहरी जो फैक्टर्स ने वो किसी एरर्स को किमें रिमूव करते हैं, मतलब उन्होंने करके जी एरर आती है। पंजवां टाइप है तो बहुत इंपॉर्टेंट है लीस्ट काउंट एरर। ठीक है जी, प्रैक्टिकल बहुत ही ज़्यादा इंपॉर्टेंट है। लीस्ट का मतलब होंगे मिनिमम, काउंट का मतलब होंगे काउंटेबल, गिनने योग है एरर, पता है लीस्ट काउंट, मिनिमम काउंटेबल। तो लीस्ट एरर तो गल बात से पहले आप लीस्ट काउंट का मतलब पता होना चाहिए अपन, व्हाट इज अ लीस्ट काउंट। सपोज करो मेरे को एक स्केल है, ये कुछ इस तरह लाइनिंग होंगी 1 2 3 4 5 6 7 8 9 एवं होंगी है, 0 तो 1 सेंटीमीटर, फिर एवं 1 2 3 4 5 6 7 8 9 आए होंगे। यदा मतलब एक कह सकते जी 10 डिवीजन ने, मैं कह सकता 10 डिवीजन इज इक्वल टू 1 सेंटीमीटर। तो स्लैंग की वैल्यू कितनी होंगी है 1 सेंटीमीटर, तो 1 डिवीजन की वैल्यू कितनी होगी 1/10 मतलब 0.1 सेंटीमीटर हो गया। इनू आप बोलते हैं लीस्ट काउंट। कोई भी इंस्ट्रूमेंट घट तो घट कितनी वैल्यू मेयर कर सकता उन्होंने की बोलते हैं लीस्ट काउंट। फॉर एग्जाम्पल होर देखो कि फॉर एग्जाम्पल मेरे को वोल्ट मीटर है, ठीक है जी, इतने 0 है, इतने 2 है, इतने 4 है, इतने 6 है, इतने 8 है, ये बेचारे 10 लेना ने। तो मैं कह सकते हैं 10 डिवीजन इज इक्वल टू 2 वोल्ट। तो 1 डिवीजन कितने बराबर होगी 2/10 मतलब कितनी होगी 1/5 मतलब कितनी होगी 0.20 वोल्ट। ये तो होगी लीस्ट काउंट। ताकि मैं डिफाइन करांगे लीस्ट काउंट क्यों है, the minimum value that any instrument can measure। घट तो घट वैल्यू जी भी कोई इंस्ट्रूमेंट मेयर कर सकता उन्होंने आप बोलेंगे वो लीस्ट काउंट एरर। तो लीस्ट काउंट सॉरी एरर जो भी कोई आप मेयरमेंट करनी है तो पहला आपको लीस्ट काउंट पता होना चाहिए, ठीक है। क्योंकि जो आप एग्जैक्ट वैल्यू देखते हैं आप प्रैक्टिकल भी सूँ इस चीज़ का ज़्यादा डिटेल पता लगूगा। जो कोई रीडिंग मेयर करते हैं आप एक्स वो क्वांटिटी का नाम है, तो वह फॉर्मूला होंगे n प्लस जाए कह लो y को जी वैल्यू मेयर करा इंटू n इंटू लीस्ट काउंट। मतलब लीस्ट काउंट का बहुत बड़ा रोल है। होंदा की मैं थोड़ा डिटेल से देख ही लेना थोड़ा जहा। सपोज करो वर्निक कैलीपर नाल दिखाने वाला है पर चलो वर्निक कैलीपर नाल डिटेल डिस्कस करांगे। तो लीस्ट काउंट का बहुत बड़ा रोल है जो किसी क्वांटिटी में मेयर करते हैं। जे आप मान लो लीस्ट काउंट में काउंट नहीं करते, देखो आ वैल्यू हमेशा नॉन जीरो होगी। मान लो ए वैल्यू एक्स पे मेयर करना, ये वैल्यू 4 है, मान लो यदि वैल्यू 0.02 है आ टर्म की वैल्यू, किसी का आंसर 4 होना, कितने आंसर 4.02 होना, दोनों च एरर है ना, ठीक है। मतलब जे लीस्ट काउंट नहीं करते तो आंसर 4 आएगा, जो लीस्ट काउंट काउंट कर लांगे तो आंसर थोड़ा 4.02 आऊगा। तो दोनों
ਚਾਹੇ 0.02 ਦਾ ਫਰਕ ਹੈ, ਬਟ ਇਹਦੇ ਕਰਕੇ ਐਰਰ ਬਹੁਤ ਜ਼ਿਆਦਾ ਆ ਜਾਂਦੀ ਹੈ। ਐਰਰ ਜ਼ਰੂਰ ਆਊਗੀ ਨਾ, ਤਾਂ ਕਰਕੇ ਲੀਸਟ ਕਾਊਂਟ ਇਹਨੂੰ ਬੋਲਦੇ ਆਪਾਂ ਲੀਸਟ। ਦ ਐਰਰ ਡਿਊ ਵਿਚ ਅਰਾਈਜ਼ਸ ਡਿਊ ਟੂ ਦ ਐਬਸੈਂਸ ਆਫ ਲੀਸਟ ਕਾਊਂਟ। ਦ ਐਰਰ that arises due to absence of least count is called least count error। least count ਦੀ absence ਦੇ ਕਰਕੇ ਜਿਹੜੀ ਐਰਰ ਆਉਂਦੀ ਨੂੰ ਆਪਾਂ ਕਿਹੜੀ ਐਰਰ ਬੋਲਦੇ ਹਾਂ? ਲੀਸਟ ਕਾਊਂਟ। ਇਹ ਤਾਂ ਥੋੜੀ ਜਿਹੜੇ 5 ਤਰ੍ਹਾਂ ਦਾ ਸੀ, ਇਹ ਸਿਸਟਮੈਟਿਕ ਐਰਰ। ਠੀਕ ਹੈ, ਸਿਸਟਮੈਟਿਕ ਐਰਰ ਦੇ 5 ਤਰ੍ਹਾਂ ਦਾ ਹੁੰਦਾ। ਨੈਕਸਟ ਜਿਹੜੀ ਐਰਰ ਹੈ ਉਹਦਾ ਨਾਮ ਹੈ ਰੈਂਡਮ ਐਰਰ। ਸੈਕੰਡ ਟਾਈਪ ਰੈਂਡਮ ਐਰਰ ਕੀ ਹੁੰਦੀ ਹੈ? ਦੇਖੋ, ਰੈਂਡਮ ਦਾ ਮਤਲਬ ਹੁੰਦਾ ਜ਼ਿਗਜ਼ੈਗ। ਜ਼ਿਗਜ਼ੈਗ ਦਾ ਮਤਲਬ ਹੁੰਦਾ ਨੋਟ ਫਿਕਸਡ। ਜਦੋਂ ਕਿ ਫਿਕਸ ਪੈਟਰਨ ਨਾ ਹੋਵੇ ਨਾ, ਤਾਂ ਉਹ ਐਰਰ ਜਿਹੜੀ ਇਰੈਗੂਲਰਲੀ ਅਕਰ ਹੋ ਰਹੀ ਹੈ। ਦ ਐਰਰ that arises irregularly ਜਿਹੜੀ ਐਰਰ ਇਰੈਗੂਲਰਲੀ ਅਕਰ ਹੋ ਰਹੀ ਹੈ ਉਹਨੂੰ ਆਪਾਂ ਕਿਹੜੀ ਐਰਰ ਬੋਲਦੇ ਹਾਂ? ਰੈਂਡਮ ਐਰਰ। ਰੈਗੂਲਰ ਐਰਰ ਅਕਰ ਦਾ ਕੀ ਮਤਲਬ ਹੈ? ਸਪੋਜ਼ ਕਰੋ ਆਪਣੇ ਕੋਲ ਕੁਆਂਟਿਟੀ ਹੈ 100 ਸੈਂਟੀਮੀਟਰ, ਆਪਣੀ ਲੈਂਥ ਪਤਾ ਹੈ। 4-5 ਪਰਸਨ ਨੂੰ ਮੇਰ ਕਰਨ ਲਾਇਆ, ਇੱਕ ਨੇ 97 ਮੇਰ ਕਰ ਲਈ, ਇੱਕ ਨੇ 96 ਮੇਰ ਕਰ ਲਈ, ਇੱਕ ਨੇ 98 ਮੇਰ ਕਰ ਲਈ, ਇੱਕ ਨੇ 101 ਮੇਰ ਕਰ ਲਈ, ਇੱਕ ਨੇ 102 ਮੇਰ ਕਰ ਲਈ। ਤਾਂ ਸਾਰਿਆਂ ਦੇ ਵਿੱਚ ਐਰਰ ਹੈ ਇਹ 'ਚ +3 ਦੀ, ਇਹ 'ਚ +4 ਦੀ, ਇਹ 'ਚ +2 ਦੀ, ਇਹ 'ਚ -1 ਦੀ, ਇਹ 'ਚ -2 ਦੀ। ਅਤੇ ਇਹ ਜਿਹੜੀ ਰੈਂਡਮ ਐਰਰ, ਰੈਂਡਮ ਦਾ ਮਤਲਬ ਕੀ ਹੋਇਆ? ਜਿਹੜਾ ਫਿਕਸ ਨਾ, ਹਰ ਵਾਰ ਪੋਜ਼ੀਟਿਵ ਨਹੀਂ ਹੈਗੀ, ਹਰ ਵਾਰ ਨੈਗੇਟਿਵ ਨਹੀਂ ਹੈਗੀ। ਜੇ ਪੋਜ਼ੀਟਿਵ ਹੈ ਤਾਂ ਫਿਕਸ ਵੀ ਹੈ ਨਹੀਂ ਗੀ, ਕਦੇ ਕਿੰਨੀ ਹੈ ਕਦੇ ਕਿੰਨੀ ਹੈ। ਜਿਹੜੀ ਐਰਰ ਇਸ ਤਰ੍ਹਾਂ ਰੈਂਡਮ ਹੋਵੇ, ਜਿਹਦਾ ਕੋਈ ਫਿਕਸ ਪੈਟਰਨ ਨਾ ਹੋਵੇ, ਉਹਨੂੰ ਆਪਾਂ ਕਿਹੜੀ ਐਰਰ ਬੋਲਦੇ ਹਾਂ? ਰੈਂਡਮ ਐਰਰ। ਨੈਕਸਟ ਜਿਹੜਾ ਟੌਪਿਕ ਹੈ ਥਰਡ, ਇਹਦੇ ਵਿੱਚ ਥਰਡ ਟਾਈਪ ਆਫ ਐਰਰ ਹੈ ਉਹ ਕਿਹੜਾ ਤੁਹਾਡੇ ਕੋਲ? ਗ੍ਰੋਸ ਐਰਰ। ਗ੍ਰੋਸ, ਇਹਦਾ ਕੀ ਮਤਲਬ ਹੈ? ਗ੍ਰੋਸ ਵਰਡ ਦਾ ਕੀ ਮਤਲਬ ਹੈ? ਗ੍ਰੋਸ ਵਰਡ ਦਾ ਮਤਲਬ ਹੁੰਦਾ ਕੇਅਰਲੈਸ, ਬੇਧਿਆਨ ਨਾ ਹੋਣਾ। ਦੇਖੋ, ਜਦੋਂ ਕੋਈ ਕੁਆਂਟਿਟੀ ਨੂੰ ਮੇਅਰ ਕਰੂਗਾ ਜਾਂ ਕਹਿ ਲਓ ਜਿਹੜਾ ਪਰਸਨ ਕੁਆਂਟਿਟੀ ਨੂੰ, ਫਿਜ਼ੀਕਲ ਕੁਆਂਟਿਟੀ ਨੂੰ ਮੇਅਰ ਕਰ ਰਿਹਾ, ਉਹਨੂੰ ਆਪਾਂ ਬੋਲਾਂਗੇ ਓਬਜ਼ਰਵਰ। ਓਬਜ਼ਰਵਰ ਜਿਹੜਾ ਓਬਜ਼ਰਵ ਕਰ ਰਿਹਾ। ਗ੍ਰੋਸ ਐਰਰ ਕਿਹੜੀ ਹੁੰਦੀ ਹੈ? This error arise due to careless behavior of observer। ਓਬਜ਼ਰਵਰ ਦਾ ਕੇਅਰਲੈਸ ਬਿਹੇਵੀਅਰ ਕਰਕੇ ਜਿਹੜੀ ਐਰਰ ਆਉਂਦੀ ਹੈ, ਉਹਦੇ ਬੇਧਿਆਨੀ ਹੋਣ ਕਰਕੇ ਜਿਹੜੀ ਐਰਰ ਆਪਣੇ ਮੇਅਰਮੈਂਟ ਦੇ ਵਿੱਚ ਆ ਜਾਂਦੀ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ? ਗ੍ਰੋਸ ਐਰਰ। ਇਹਦੇ ਕਾਫੀ ਸਾਰੇ ਰੀਜ਼ਨ ਹੋ ਸਕਦੇ ਨੇ। ਜਿਵੇਂ ਫਸਟ ਪੁਆਇੰਟ ਹੈ, ਇਹ ਰੀਜ਼ਨ ਦੱਸੇ ਹੈ ਇਹ ਵੀ ਗ੍ਰੋਸ ਐਰਰ ਕਰੇ। ਪਹਿਲਾ ਹੈ ਰੀਡਿੰਗ ਐਨੀ ਇੰਸਟਰੂਮੈਂਟ ਵਿਦਾਊਟ ਸੈਟਿੰਗ ਇਟ ਪ੍ਰੋਪਰਲੀ। ਕਿਸੇ ਵੀ ਇੰਸਟਰੂਮੈਂਟ ਨੂੰ ਮੇਅਰ ਕਰਨਾ ਸ਼ੁਰੂ ਕਰਤਾ, ਰੀਡਿੰਗ ਲੈਣੀ ਸ਼ੁਰੂ ਕਰਤੀ, ਬਟ ਉਹਨੂੰ ਪ੍ਰੋਪਰ ਸੈੱਟ ਨਹੀਂ ਕੀਤਾ, ਉਹਨੂੰ ਆਪਾਂ ਕੀ ਬੋਲਦੇ ਹਾਂ? ਗ੍ਰੋਸ ਐਰਰ। ਉਹ ਦੇਖੋ, ਉਹਦਾ ਕੇਅਰਲੈਸ ਬਿਹੇਵੀਅਰ ਹੈ। ਜਦ ਕਿ ਮੇਅਰਿੰਗ ਟੈਕਨੀਕਸ ਇਹ ਕਹਿੰਦੇ ਆ, ਸਭ ਤੋਂ ਪਹਿਲਾਂ ਜਿਹੜੀ ਸੈਟਿੰਗ ਤੁਹਾਨੂੰ ਬੋਲੀ ਗਈ ਹੈ ਉਹਦੇ ਅਕੋਰਡਿੰਗ ਨੂੰ ਪ੍ਰੋਪਰ ਸੈੱਟ ਕਰੋ। ਜੇ ਸੈੱਟ ਨਾ ਕਰਾਂਗੇ ਹੈ ਨਾ ਇੰਸਟਰੂਮੈਂਟ ਨੂੰ, ਦੈਨ ਤੁਹਾਡੀ ਰੀਡਿੰਗ ਵੀ ਕੀ ਹੈ, ਕਦੇ ਸੈੱਟ ਨਹੀਂ ਆਣੀ। ਸੈਕਿੰਡ ਹੈ ਰੀਡਿੰਗ ਸਹੀ ਨਹੀਂ ਤੁਹਾਡੀ, ਉਹਦੇ ਕੀ ਆ ਜੂਗੀ? ਐਰਰ ਆ ਜੂਗੀ। taking the observation wrongly, taking the observation wrongly without caring source of error। ਦੇਖੋ, ਤੁਸੀਂ ਪ੍ਰੈਕਟੀਕਲ ਲਿਖਦੇ ਹੋ ਸਾਇੰਸ ਦੇ ਵਿੱਚ ਨਾ,
ਤਾਂ ਇੱਕ ਲਾਸਟ ਜਿਹਦੇ ਪੁਆਇੰਟ ਆਉਂਦਾ ਸੋਰਸ ਆਫ ਐਰਰ ਕਿਹੜੀ ਰੀਜ਼ਨਾਂ ਕਰਕੇ ਹੋ ਸਕਦੀ ਹੈ। ਉਹ ਕੁਝ ਲਿਖਿਆ ਹੁੰਦਾ ਜਿਵੇਂ ਇਲੈਕਟ੍ਰੋਨਿਕਸ ਤੇ ਪ੍ਰੈਕਟੀਕਲ ਦੀ ਗੱਲ ਕਰ, ਉੱਥੇ ਲਿਖਿਆ ਉਹ ਕਨੈਕਸ਼ਨ ਸ਼ੁੱਡ ਬੀ ਟਾਈਟ, ਹੈ ਨਾ, ਇਸ ਤਰ੍ਹਾਂ ਦੇ। ਹੁਣ ਜੇ ਉਹ ਮਤਲਬ ਇਹ ਜਿੰਨਾ ਤੁਹਾਨੂੰ ਲੱਗਦਾ ਵੀ ਇਹ ਰੀਜ਼ਨ ਕਰਕੇ ਉਸ ਐਰਰ ਆ ਸਕਦੀ ਹੈ ਉਹ ਉਹਦਾ ਧਿਆਨ ਰੱਖੋ ਨਾ। ਤਾਂ ਜੇ ਆਪਾਂ ਹੋਏਗਾ ਟੇਕਿੰਗ ਦਾ ਆਬਜ਼ਰਵੇਸ਼ਨ ਵਿਦਆਊਟ ਰੋਂਗਲੀ ਵਿਦਆਊਟ ਕੇਅਰਿੰਗ ਸੋਰਸ ਆਫ ਐਰਰ, ਜੇ ਆਪਾਂ ਸੋਰਸ ਆਫ ਐਰਰ ਦਾ ਧਿਆਨ ਨਾ ਰੱਖਾਂਗੇ ਤਾਂ ਓਬਜ਼ਰਵੇਸ਼ਨ ਨੋਟ ਕਰ ਲਾਂਗੇ, ਰੀਡਿੰਗ ਨੋਟ ਕਰ ਲਾਂਗੇ, ਦੈਨ ਉਹ ਵੀ ਤੁਹਾਡਾ ਕਦੇ ਵੀ ਤੁਹਾਨੂੰ ਸਹੀ ਰਿਜ਼ਲਟ ਨਹੀਂ ਦੂਗਾ, ਹਮੇਸ਼ਾ ਕੁਛ ਨਾ ਕੁਛ ਕੀ ਆਊਗੀ ਉਹਦੇ ਵਿੱਚ ਐਰਰ ਆਏਗੀ ਹੀ ਆਏਗੀ। ਥਰਡ ਕੀ ਹੈ, ਰਿਕਾਰਡਿੰਗ ਦਾ ਓਬਜ਼ਰਵੇਸ਼ਨ ਰੋਂਗਲੀ, ਰਿਕਾਰਡ ਦਾ ਓਬਜ਼ਰਵੇਸ਼ਨ ਰੋਂਗਲੀ। ਓਬਜ਼ਰਵੇਸ਼ਨ ਦਾ ਮਤਲਬ ਕੀ ਹੁੰਦਾ, ਦੇਖੋ ਜਦੋਂ ਤੁਸੀਂ ਪ੍ਰੈਕਟਿਸ ਕਰ ਰਹੇ ਹੋ ਹੈ ਨਾ, ਮੰਨ ਲਓ ਤੁਸੀਂ ਵੋਲਿਓਮੈਟ੍ਰਿਕ ਐਨਾਲਾਈਸਿਸ ਕਰ ਰਹੇ ਹੋ, ਫਿਜ਼ਿਕਸ ਦਾ ਕੋਈ ਪ੍ਰੈਕਟਿਸ ਕਰ ਰਹੇ ਹੋ, ਦੋ ਪਰਸਨ ਨੂੰ ਇੱਕ ਪ੍ਰੈਕਟਿਸ ਕਰਨ ਨੂੰ ਦਿੱਤਾ ਹੋਇਆ ਹੈ ਨਾ, ਇੱਕ ਜਣਾ ਰੀਡਿੰਗ ਕਰ ਰਿਹਾ, ਇੱਕ ਜਣਾ ਨੋਟ ਕਰ ਰਿਹਾ, ਇੱਕ ਜਣਾ ਰੀਡਿੰਗ ਬੋਲ ਰਿਹਾ। ਉਹਨੇ ਬੋਲਿਆ 41 ਤੁਸੀਂ 42 ਨੋਟ ਕਰ ਲਿਆ, ਉਹਨੇ ਬੋਲਿਆ 41 ਤੁਸੀਂ 42 ਨੋਟ ਕਰ ਲਿਆ ਨਾ, ਐਵੇਂ। ਤਾਂ ਜਦੋਂ ਉਹਨੇ ਓਬਜ਼ਰਵੇਸ਼ਨ ਟੇਬਲ ਦੇ ਵਿੱਚ ਰੋਂਗ ਮੇਰ ਕਰ ਲਈ, ਰੋਂਗ ਨੋਟ ਕਰ ਲਈ, ਤਾਂ ਨੈਚੁਰਲੀ ਉਹ ਜਿਹੜੀ ਜੇ ਮੰਨ ਲਓ 41 ਬੋਲਿਆ ਤੁਸੀਂ 42 ਕਰ ਲਿਆ ਹੈ ਨਾ ਉਹ ਰੀਡਿੰਗ ਦੇ ਵਿੱਚ ਨੋਟ, ਟੇਬਲ ਦੇ ਵਿੱਚ ਨੋਟ, ਤਾਂ ਉਹਦੇ ਕਰਕੇ ਹਰ ਜਿਹੜਾ ਰਿਜ਼ਲਟ ਹੈ ਤੁਹਾਡਾ ਕਦੇ ਵੀ ਠੀਕ ਨਹੀਂ ਆਊਗਾ। ਇਹ ਵੀ ਤਾਂ ਹੀ ਆਊਗਾ ਜੇ ਉਹਦਾ ਧਿਆਨ ਨਹੀਂ ਹੈ ਪ੍ਰੈਕਟਿਕਲ ਕਰਨ 'ਚ ਨਾ। ਜੇ ਪ੍ਰੈਕਟੀਕਲ 'ਚ ਧਿਆਨ ਹੋਇਆ ਤੁਹਾਨੂੰ ਪਤਾ 41 ਹੈ ਤਾਂ 41 ਹੀ ਲਿਖੂਗਾ। ਜੇ ਉਹਦਾ ਬਿਹੇਵੀਅਰ ਕੇਅਰਲੈਸ ਹੈ ਜਾਂ ਉਹ ਕੇਅਰ ਨਹੀਂ ਹੈ, ਮਤਲਬ ਧਿਆਨ ਨਹੀਂ ਹੈ ਉਹਦਾ ਪ੍ਰੈਕਟਿਕਲ ਕਰਨ ਦੇ ਵਿੱਚ, ਦੈਨ ਉਹਦੇ ਕਰਕੇ ਵੀ ਉਹਦੇ ਵਿੱਚ ਕੀ ਆਊਗੀ ਐਰਰ ਆਏਗੀ। ਅਤੇ ਇਹ ਐਰਰ ਨੂੰ ਕਿਹੜੀ ਐਰਰ ਬੋਲਦੇ ਆ, ਗ੍ਰੋਸ ਐਰਰ। ਫੋਰਥ ਟਾਈਪ ਹੈ ਯੂਜ਼ਿੰਗ wrong value of constant in calculation। ਕਈ ਵਾਰ ਕਹਿੰਦੇ ਕਿ ਕੀ ਹੁੰਦਾ ਜਦੋਂ ਆਪਾਂ ਕੋਈ ਰੀਡਿੰਗ ਕਰ ਰਹੇ ਹੁੰਦੇ ਹਾਂ, ਕੋਈ ਵੈਲਿਊ ਪੁੱਟ ਕਰ ਰਹੇ ਹੁੰਦੇ ਤਾਂ ਆਪਾਂ ਨੂੰ ਪਤਾ ਕੈਲਕੂਲੇਸ਼ਨਸ ਕਈ ਜਿਵੇਂ ਫੋਰ ਐਗਜ਼ਾਮਪਲ ਸਿੰਪਲ ਐਗਜ਼ਾਮਪਲ ਹੈ, ਮੈਂ ਜੀ ਦੀ ਵੈਲਿਊ ਗੱਲ ਕਰ ਰਿਹਾ 9.8 ਹੁੰਦੀ ਹੈ ਹਾਂ। ਮੰਨ ਲਓ ਕੋਈ ਐਕਸਪੈਰੀਮੈਂਟ ਹੈ, ਉੱਥੇ ਆਪਾਂ ਜੀ ਦੀ ਵੈਲਿਊ 9.8 ਮੇਰ ਕਰਨੀ ਹੈ ਜਾਂ 8 ਫਿਲ ਕਰਨੀ ਹੈ, ਬਟ ਕਈ ਵਾਰ ਆਪਾਂ ਕੀ ਕਰਦੇ ਹਾਂ ਆਪਣੀ ਕਨਵੀਨੀਅੰਸ ਲਈ ਆਪਾਂ ਉਹਨੂੰ 10 ਨੋਟ ਕਰ ਲੈਂਦੇ ਹਾਂ ਹੈ ਨਾ। ਮੰਨ ਲਓ mg ਹੈ, ਮਾਸ ਵੇਟ ਕਰਨਾ ਆਪਣੀ, ਸਪੋਜ਼ ਕਰੋ ਮਾਸ ਤੁਹਾਡੇ ਕੋਲ 1 ਕਿਲੋ ਹੈ, ਜੀ ਤੁਹਾਡੇ ਕੋਲ 9.8 ਹੈ, ਤੁਹਾਡਾ ਆਨਸਰ ਆ ਜਾਊਗਾ 9.8, ਠੀਕ ਹੈ ਜੀ। ਨਿਊਟਨ ਕਿਤੇ ਆਪਾਂ 10 ਲੈ ਲਈਏ, ਤੁਹਾਡਾ ਆਨਸਰ ਆ ਜੂ 10, ਤਾਂ ਨੈਚੁਰਲੀ ਦੋਨਾਂ 'ਚ ਫਰਕ ਹੈ ਨਾ। ਜੇ ਮੈਂ ਜੀ ਵੱਲ 10 ਲੈਣਾ ਤਾਂ ਕਿਸੇ ਵੀ ਕੌਂਸਟੈਂਟ ਨੂੰ ਰੋਂਗ ਦੀ ਵੈਲਿਊ ਪੁੱਟ ਕਰਨੀ, ਉਹਦੇ ਕਰਕੇ ਵੀ ਜਿਹੜੀ ਐਰਰ ਆ ਜਾਂਦੀ ਉਹਨੂੰ ਆਪਾਂ ਕਿਹੜੀ ਐਰਰ ਬੋਲਦੇ ਹਾਂ, ਗ੍ਰੋਸ ਐਰਰ, ਠੀਕ ਹੈ ਜੀ। ਇਹਦੇ ਨਿਊਮੈਰੀਕਲਸ ਕਰਾਂਗੇ ਕੱਲ੍ਹ। ਥੈਂਕ ਯੂ।